ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਸਰੀ 'ਚ ਮਹਾਮਾਰੀ ਦੀ ਸ਼ੁਰੂਆਤ ਦੇ ਮੁਕਾਬਲੇ 7,868 ਹੋਰ ਨੌਕਰੀਆਂ ਸ਼ਾਮਿਲ। ਸਰੀ ਬੋਰਡ ਆਫ ਟ੍ਰੇਡ ਦੀ ਮਾਰਕੀਟ ਰਿਪੋਰਟ 'ਚ ਹੋਇਆ ਖੁਲਾਸਾ। ਵਧ ਰਹੀ ਮਹਿੰਗਾਈ ਦਰ ਭੋਜਨ ਦੀ ਅਸੁਰੱਖਿਆ 'ਚ ਕਰ ਰਹੀ ਹੈ ਵਾਧਾ। ਜ਼ਿਆਦਾਤਰ ਕੈਨੇਡੀਅਨਾਂ ਨੂੰ ਸਤਾ ਰਹੀ ਹੈ ਚਿੰਤਾ। ਸਰੀ 'ਚ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਪ੍ਰੋਗਰਾਮ ਕੀਤਾ ਗਿਆ ਲਾਂਚ। 3 ਪ੍ਰੋਗਰਾਮਾਂ ਦੀ ਫੀਸ ਬਹੁਤ ਹੀ ਦਰਮਿਆਨੀ। ਜਿੱਥੇ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਦੱਸ ਦਈਏ ਕਿ ਸਰੀ ਦੇ ਵਿੱਚ ਨੌਕਰੀਆਂ ਦਾ ਕਾਫੀ ਜ਼ਿਆਦਾ ਵਿਕਲਪ ਹੈ। ਮਹਾਮਾਰੀ ਤੋਂ ਬਾਅਦ ਜਿਹੜਾ ਹੈ ਕਾਫੀ ਹਜ਼ਾਰ ਨੌਕਰੀਆਂ ਦੇ ਵਿੱਚ ਇਜ਼ਾਫਾ ਕੀਤਾ ਗਿਆ, ਜਿਸ ਦੀ ਰਿਪੋਰਟ ਲੇਬਰ ਮਾਰਕੀਟ ਦੇ ਕੀਤੇ ਸਰਵੇ ਤੋਂ ਪਤਾ ਚੱਲੀ ਹੈ। ਦੱਸ ਦਈਏ ਕਿ ਲੇਬਰ ਮਾਰਕੀਟ ਯਾਨੀ ਸਰੀ ਬੋਰਡ ਆਫ ਟ੍ਰੇਡ ਦੀ ਤਾਜ਼ਾ ਲੇਬਰ ਮਾਰਕੀਟ ਦੀ ਰਿਪੋਰਟ ਮੁਤਾਬਕ ਸਰੀ 'ਚ ਮਹਾਮਾਰੀ ਦੀ ਸ਼ੁਰੂਆਤ ਦੇ ਮੁਕਾਬਲੇ 7,868 ਹੋਰ ਨੌਕਰੀਆਂ ਸ਼ਾਮਿਲ ਨੇ। ਜਿਹਾ ਫਰਵਰੀ 2022 ਦੇ ਮੁਕਾਬਲੇ ਅਪ੍ਰੈਲ ਦੇ ਵਿੱਚ ਇਸ ਸ਼ਹਿਰ ਵਿੱਚ 1000 ਦੇ ਕਰੀਬ ਹੋਰ ਨੌਕਰੀਆਂ ਨੇ। ਮਈ ਦੀ ਬੋਰਡ ਦੀ ਰਿਪੋਰਟ ਮੁਤਾਬਕ ਫਰਵਰੀ 2020 ਦੇ ਵਿੱਚ ਸਰੀ 'ਚ 2,96,748 ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਸੀ, ਜੋ ਅਪ੍ਰੈਲ 2020 ਵਿੱਚ ਘਟ ਕੇ 2,71,848 ਹੋ ਗਿਆ ਸੀ ਤੇ ਅਪ੍ਰੈਲ 2022 ਵਿੱਚ 3,04,617 ਹੋ ਗਿਆ ਸੀ। ਕੁੱਲ ਮਿਲਾ ਕੇ 2.7% ਦੇ ਵਾਧੇ ਦੇ ਲਈ ਨੌਕਰੀਆਂ ਦੇ ਖੇਤਰ ਜੋ ਮਹਾਮਾਰੀ ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਤੇ ਅਜੇ ਵੀ ਠੀਕ ਨਹੀਂ ਹੋਏ ਹਨ, ਉਹਨਾਂ ਵਿੱਚ ਉਸਾਰੀ, ਰਿਹਾਇਸ਼ ਤੇ ਭੋਜਨ ਸੇਵਾਵਾਂ ਤੇ ਵਿੱਤੀ, ਬੀਮਾ ਤੇ ਰੀਅਲ estate ਨਾਲ ਸੰਬੰਧਿਤ ਕੰਮ ਸ਼ਾਮਿਲ ਨੇ। ਜਦੋਂ ਕਿ ਸਭ ਤੋਂ ਵੱਧ ਰਿਕਵਰੀ ਦਾ ਅਨੁਭਵ ਕਰਨ ਵਾਲੇ ਸੈਕਟਰ ਹਨ ਸਿਹਤ ਦੇਖਭਾਲ ਤੇ ਸਮਾਜਿਕ ਸਹਾਇਤਾ। ਵਿਗਿਆਨ ਤੇ ਬੋਰਡ ਦੀ ਰਿਪੋਰਟ ਅਨੁਸਾਰ ਤਕਨੀਕੀ ਸੇਵਾਵਾਂ, ਆਵਾਜਾਈ, ਵੇਅਰਹਾਊਸ ਤੇ ਕੁਦਰਤੀ ਸਰੋਤ ਵੀ ਸ਼ਾਮਿਲ ਨੇ। ਫਰਵਰੀ 2022 ਤੋਂ ਅਪ੍ਰੈਲ 2022 ਦੇ ਵਿੱਚ ਤਬਦੀਲੀ ਦੀ ਤੁਲਨਾ ਕਰਦੇ ਹੋਏ ਸਰੀ ਵਿੱਚ ਨੌਕਰੀਆਂ ਜਿਨ੍ਹਾਂ ਨੇ ਸੰਖਿਆ ਦੇ ਵਿੱਚ ਸਭ ਤੋਂ ਵੱਧ ਵਾਧਾ ਦਿਖਾਇਆ ਹੈ 54.9% ਤੋਂ 4,660 ਤੋਂ 3,008 ਤੇ ਖੇਤੀਬਾੜੀ, ਜੰਗਲਾਤ, ਫਿਸ਼ਿੰਗ, ਮਾਈਨਿੰਗ, ਤੇਲ ਤੇ ਗੈਸ ਵਿੱਚ ਨੇ। ਉਸਾਰੀ ਖੇਤਰ ਨੇ ਨੌਕਰੀਆਂ ਦੇ ਵਿੱਚ ਸਭ ਤੋਂ ਵੱਡੀ ਗਿਰਾਵਟ ਦੇਖੀ ਹੈ 21.6%। ਫਰਵਰੀ 2022 ਦੇ ਵਿੱਚ 32,644 ਤੋਂ ਅਪ੍ਰੈਲ 2022 ਦੇ ਵਿੱਚ 25,581 ਹੋ ਗਈ। ਮਹਿੰਗਾਈ ਦਰ ਦੇ ਵਿੱਚ ਵਾਧਾ ਹੋਣਾ ਭੋਜਨ ਖਰੀਦਣ ਵਾਲਿਆਂ ਦੇ ਲਈ ਕਾਫੀ ਜ਼ਿਆਦਾ ਚਿੰਤਾ ਵਧਾ ਰਹੀ ਹੈ। ਜਿਹੜੇ ਪਰਿਵਾਰਾਂ ਦੀ ਬਹੁਤ ਹੀ ਦਰਮਿਆਨੀ ਇਨਕਮ ਹੈ, ਬਹੁਤ ਘੱਟ ਕਮਾਉਂਦੇ ਨੇ, ਉਹ ਗਰੋਸਰੀ ਜਦੋਂ ਕਰਨ ਜਾਂਦੇ ਨੇ ਤਾਂ ਭਾਅ ਚੀਜ਼ਾਂ ਦੇ ਵਾਧੇ ਹੋਏ ਦੇਖ ਕੇ ਉਹਨਾਂ ਨੂੰ ਵੱਖਰੇ ਕਿਸਮ ਦੀ ਚਿੰਤਾ ਸਤਾ ਰਹੀ ਹੈ ਤੇ ਆਉਣ ਵਾਲਾ ਸਮਾਂ ਹਜੇ ਵੀ ਕੀਮਤਾਂ ਜੇ ਨਾ ਘਟੀਆਂ ਤਾਂ ਉਹਨਾਂ ਨੂੰ ਲੱਗਦਾ ਕਿ ਉਹ ਭੁੱਖਮਰੀ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਣਗੇ। 1981 ਤੋਂ ਬਾਅਦ ਇਹ ਸਭ ਤੋਂ ਵੱਡਾ ਜਿਹੜਾ ਕਹਿ ਸਕਦੇ ਹਾਂ ਚੀਜ਼ਾਂ ਦੇ ਵਿੱਚ ਵਾਧਾ ਮੰਨਿਆ ਜਾ ਰਿਹਾ ਹੈ। ਬਹੁਤ ਸਾਰੇ ਪਰਿਵਾਰਾਂ ਦੇ ਲਈ ਇਹ ਸਿਹਤਮੰਦ ਖਾਣ ਪੀਣ ਤੇ ਘਰੇਲੂ ਵਿੱਤ ਵਿਚਕਾਰ ਲੜਾਈ ਚੱਲ ਰਹੀ ਹੈ। ਕਰਿਆਨੇ ਦੀਆਂ ਵਧੀਆਂ ਕੀਮਤਾਂ ਨੇ ਘਰੇਲੂ ਬਜਟ ਨੂੰ ਵੱਡਾ ਨੁਕਸਾਨ ਪਹੁੰਚਾਇਆ ਤੇ ਡਰ ਇਹ ਹੈ ਕਿ ਜੇਕਰ ਭੋਜਨ ਦੀਆਂ ਕੀਮਤਾਂ ਵਧਦੀਆਂ ਰਹਿੰਦੀਆਂ ਨੇ ਤਾਂ ਹੋਰ ਕੈਨੇਡੀਅਨਾਂ ਦੇ ਭੁੱਖੇ ਰਹਿਣ ਦਾ ਖਤਰਾ ਹੋਵੇਗਾ। ਅਪ੍ਰੈਲ 2021 ਦੇ ਮੁਕਾਬਲੇ ਪਿਛਲੇ ਮਹੀਨੇ ਖੁਰਾਕੀ ਮਹਿੰਗਾਈ ਦਰ 9.7% ਦੀ ਵਧੀ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਹ ਸਤੰਬਰ 1981 ਤੋਂ ਬਾਅਦ ਕਰਿਆਨੇ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਡਾ ਉਛਾਲ ਹੈ। ਭੋਜਨ ਵਿਗਿਆਨ ਦੇ ਕੁਝ ਮਾਹਰਾਂ ਅਨੁਸਾਰ ਬਹੁਤ ਸਾਰੇ ਕੈਨੇਡੀਅਨਾਂ ਲਈ ਇਹ ਨਿਗਲਣਾ ਔਖਾ ਹੋਵੇਗਾ। ਟੋਰਾਂਟੋ ਯੂਨੀਵਰਸਿਟੀ ਵਿੱਚ ਨਿਊਟ੍ਰੀਸ਼ਨਲ ਸਾਇੰਸ ਪ੍ਰੋਫੈਸਰ ਨੇ ਚੇਤਾਵਨੀ ਦਿੱਤੀ ਹੈ ਕਿ ਲਗਾਤਾਰ ਮਹਿੰਗਾਈ ਕੈਨੇਡਾ ਵਿੱਚ ਭੋਜਨ ਦੀ ਅਸੁਰੱਖਿਆ ਦੇ ਪ੍ਰਚਲਨ ਤੇ ਗੰਭੀਰਤਾ ਵਿੱਚ ਵਾਧਾ ਕਰਨ ਦੀ ਸੰਭਾਵਨਾ ਵੱਲ ਲੈ ਜਾਏਗੀ। ਕਈ ਮਾਹਰ ਮੰਨਦੇ ਨੇ ਕਿ ਜੇ ਬਹੁਤ ਸਾਰੇ ਪਰਿਵਾਰਾਂ ਨੂੰ ਪਹਿਲਾਂ ਹੀ ਸਸਤੇ ਵਿਕਲਪ ਬਣਾ ਲੈਣੇ ਚਾਹੀਦੇ ਸੀ। ਇੰਨਾ ਹੀ ਨਹੀਂ, ਲੋਕ ਇਸ ਸਮੇਂ ਹੇਠਾਂ ਵਪਾਰ ਕਰ ਰਹੇ ਨੇ ਤੇ ਇਸ ਲਈ ਅਸੀਂ ਮਾਰਕੀਟ ਪਲੇਸ ਵਿੱਚ ਵੀ ਹੋਰ ਪ੍ਰਾਈਵੇਟ ਲੇਬਲਾਂ ਦੇ ਦਾਖਲ ਹੋਣ ਦੀ ਉਮੀਦ ਕਰ ਰਹੇ ਹਾਂ। ਕਰਿਆਨੇ ਵਾਲੇ ਆਪਣੀਆਂ ਨਿੱਜੀ ਲੇਬਲ ਰਣਨੀਤੀਆਂ ਤੇ ਕੰਮ ਕਰ ਰਹੇ ਨੇ ਤੇ ਅਸੀਂ ਕਰਿਆਨੇ ਦੀਆਂ ਕਹਾਣੀਆਂ ਨੂੰ ਛੂਟ ਵਾਲੇ ਸਟੋਰਾਂ 'ਚ ਵਧੇਰੇ ਰੂਪਾਂਤਰਣ ਹੁੰਦਾ ਵੇਖ ਰਹੇ ਹਾਂ। ਜੋ ਕੁਝ ਅਸੀਂ ਦੇਖ ਰਹੇ ਹਾਂ ਉਸ ਦੇ ਨਤੀਜੇ ਵਜੋਂ ਨਿਸ਼ਚਿਤ ਤੌਰ ਤੇ ਇਸ ਸਾਲ ਛੋਟ ਵੱਡੀ ਚੀਜ਼ ਬਣਨ ਜਾ ਰਹੀ ਹੈ, ਪਰ ਗਰੋਸਰੀ ਸਟੋਰ ਤੇ ਅਜੇ ਵੀ ਉਮੀਦਾਂ ਨੇ। ਮੀਟ ਕਾਊਂਟਰ ਅਸਲ ਵਿੱਚ ਇੱਕ ਤੰਗ ਬਜਟ ਤੇ ਅੱਜਕੱਲ੍ਹ ਇੱਕ ਖਪਤਕਾਰ ਲਈ ਅਜੇ ਵੀ ਨਰਮ ਨੇ। ਚਿਕਨ ਤੇ ਪੋਰਕ ਅਜੇ ਵੀ ਦਸੰਬਰ ਦੇ ਮੁਕਾਬਲੇ ਸਸਤਾ ਹੈ। ਕੁਝ ਮੀਟ ਅਜੇ ਮਹਿੰਗੇ ਦੇਖੇ ਜਾ ਰਹੇ ਨੇ। ਸੁੱਕੀਆਂ ਚੀਜ਼ਾਂ ਜਿਵੇਂ ਕਿ ਪਨੀਰ, ਬਟਰ, ਪਾਸਤਾ, ਮੇਯੋਨੀਜ਼ ਵਰਗੀਆਂ ਚੀਜ਼ਾਂ, ਤਾਜ਼ੇ ਫਲਾਂ ਤੇ ਸਬਜ਼ੀਆਂ ਦੇ ਨਾਲ-ਨਾਲ ਜ਼ਿਆਦਾਤਰ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਉਤਪਾਦ ਦੀਆਂ ਕੀਮਤਾਂ ਦਸੰਬਰ ਤੋਂ ਔਸਤਨ 10% ਤੋਂ ਵੱਧ ਰਹੀਆਂ ਨੇ। ਗਾਜਰ, ਪਿਆਜ਼, ਬਰੋਕਲੀ ਤੇ ਹੋਰ ਉਤਪਾਦ ਜਿਵੇਂ ਕਿ ਸਲਾਦ, ਆਈਸਬਰਗ ਸਲਾਦ, ਰੋਮੇਨ ਸਾਰੇ ਇਸੇ ਸਮੇਂ ਦੋਹਰੇ ਅੰਕਾਂ ਵਿੱਚ ਨੇ। ਪਰ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਸਮਝਦਾਰ ਖਰੀਦਦਾਰ ਅਜੇ ਵੀ ਉਤਪਾਦ ਭਾਗ ਵਿੱਚ ਸੌਦੇ ਲੱਭ ਸਕਦੇ ਨੇ, ਜਦਕਿ ਖੀਰੇ ਤੇ ਟਮਾਟਰ ਔਸਤਨ ਦਸੰਬਰ ਦੇ ਮੁਕਾਬਲੇ ਸਸਤੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ।
ਜਨਤਕ ਸੁਰੱਖਿਆ ਜਿਸ ਦੇ ਵਿੱਚ ਘਰੇਲੂ ਹਿੰਸਾ ਦਾ ਜਿਹੜੇ ਲੋਕ ਸ਼ਿਕਾਰ ਹੋਏ ਨੇ, ਜੋ ਇਸ ਸਦਮੇ ਦੇ ਵਿੱਚੋਂ ਗੁਜ਼ਰ ਰਹੇ ਨੇ, ਉਹਨਾਂ ਦੀ ਮਦਦ ਕਰਨ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਜਿਸ ਦੇ ਤਹਿਤ ਗ੍ਰਾਂਟ ਵੀ ਦਿੱਤੀ ਗਈ ਹੈ। ਇਸ ਗ੍ਰਾਂਟ ਦੇ ਤਹਿਤ ਇਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਆ ਉਹ ਮੁਹੱਈਆ ਕਰਵਾਈ ਜਾਏਗੀ ਤਾਂ ਕਿ ਇਸ ਸਦਮੇ ਦੇ ਵਿੱਚੋਂ ਬਾਹਰ ਆ ਸਕਣ। ਜ਼ਿਆਦਾਤਰ ਮੂਲ ਵਾਸੀ ਇਸ ਦੇ ਵਿੱਚ ਸ਼ਾਮਿਲ ਨੇ। ਆਓ ਦੇਖਦੇ ਹਾਂ ਇਸ ਤੇ ਇੱਕ ਰਿਪੋਰਟ। ਘਰੇਲੂ ਹਿੰਸਾ ਦੀ ਰੋਕਥਾਮ ਕਰਨ ਦੇ ਲਈ ਲਿੰਗ ਆਧਾਰਿਤ ਹਿੰਸਾ ਦੇ ਅਨੁਭਵ ਚੋਂ ਗੁਜ਼ਰ ਰਹੇ ਲੋਕਾਂ ਦੀ ਸਹਾਇਤਾ ਕਰਨ ਲਈ ਅਤੇ ਸਦਮੇ ਤੋਂ ਉੱਭਰ ਰਹੇ ਮੂਲ ਵਾਸੀ ਲੋਕਾਂ ਨੂੰ ਮਦਦ ਦੇਣ ਲਈ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਈਚਾਰਿਆਂ ਨੂੰ ਲਾਭ ਹੋਵੇਗਾ। ਕੁੱਲ ਮਿਲਾ ਕੇ 121 ਪ੍ਰੋਜੈਕਟਾਂ ਨੂੰ ਸਿਵਲ ਫੋਰਫੀਚਰ ਕ੍ਰਾਈਮ ਪ੍ਰੀਵੈਂਸ਼ਨ ਐਂਡ ਰੈਮੀਡੀਏਸ਼ਨ ਗ੍ਰਾਂਟ ਪ੍ਰੋਗਰਾਮ ਰਾਹੀਂ ਇੱਕੋ ਵਾਰ ਮਿਲਣ ਵਾਲੀ ਗ੍ਰਾਂਟ ਦੇ ਰੂਪ ਦੇ ਵਿੱਚ $4.3 ਮਿਲੀਅਨ ਹਾਸਲ ਹੋਣਗੇ। ਇਹਨਾਂ ਪ੍ਰੋਜੈਕਟਾਂ ਦੀ ਅਗਵਾਈ ਸਥਾਨਕ ਸਰਕਾਰਾਂ, ਸਕੂਲ ਡਿਸਟ੍ਰਿਕਟ ਤੇ ਹੋਰ ਜਿਹੜੀਆਂ ਨਾਨ ਪ੍ਰੋਫਿਟ ਅਤੇ ਭਾਈਚਾਰਾ ਆਧਾਰਿਤ ਸੰਸਥਾਵਾਂ ਦੁਆਰਾ ਕੀਤੀ ਜਾ ਰਹੀ ਹੈ। ਇਸ ਮੁਤਾਬਕ ਮਾਈਕ ਫਾਰਨਵਰਥ ਜੋ ਕਿ ਜਨਤਕ ਸੁਰੱਖਿਆ ਮੰਤਰੀ ਤੇ ਸੋਲਿਸਿਟਰ ਜਨਰਲ ਨੇ, ਉਹਨਾਂ ਕਿਹਾ ਹੈ ਕਿ ਸਿਵਲ ਫੋਰਫੀਚਰ ਕ੍ਰਾਈਮ ਪ੍ਰੀਵੈਂਸ਼ਨ ਐਂਡ ਰੈਮੀਡੀਏਸ਼ਨ ਗ੍ਰਾਂਟਾਂ ਹਾਸਲ ਕਰਨ ਵਾਲੀਆਂ ਸੰਸਥਾਵਾਂ ਜੁਰਮ ਦਾ ਮੁਕਾਬਲਾ ਕਰਨ ਦੇ ਸਾਡੀ ਸਰਕਾਰ ਦੇ ਕਾਰਜ ਵਿੱਚ ਇੱਕ ਬੇਹੱਦ ਜ਼ਰੂਰੀ ਭਾਈਵਾਲ ਨੇ। ਇੱਕ ਵਧੇਰੇ ਮਜ਼ਬੂਤ ਸਥਿਤੀ ਅਨੁਰੂਪ ਵਧੇਰੇ ਟਲ ਸਕਣ ਵਾਲਾ ਸੂਬਾ ਬਣਾਉਣ ਵਿੱਚ ਸਹਾਇਤਾ ਕਰਨ ਲਈ ਉਹਨਾਂ ਕਿਹਾ ਕਿ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ। ਜਿਹੜੇ 6 ਖੇਤਰ ਗ੍ਰਾਂਟਾਂ ਦੇ ਅਧੀਨ ਨੇ ਉਹਨਾਂ ਦੇ ਵਿੱਚ ਲਿੰਗ ਆਧਾਰਿਤ ਹਿੰਸਾ, ਘਰੇਲੂ ਹਿੰਸਾ ਦੀ ਰੋਕਥਾਮ ਤੇ ਇੰਟਰਵੈਂਸ਼ਨ ਪ੍ਰੋਗਰਾਮ, ਮੂਲ ਵਾਸੀ ਲੋਕਾਂ ਦੀ ਤਕਲੀਫ ਘਟਾਉਣਾ, ਮਨੁੱਖੀ ਤਸਕਰੀ, ਜਿਨਸੀ ਸ਼ੋਸ਼ਣ, ਸੈਕਸ ਵਰਕਰਾਂ ਦੀ ਸੁਰੱਖਿਆ, ਰੈਸਟੋਰੇਟਿਵ ਨਿਆਂ ਅਤੇ ਬਾਲ ਅਤੇ ਯੁਵਾ ਐਡਵੋਕੇਸੀ ਕੇਂਦਰ ਹੋਣਗੇ। ਇਸ ਤੋਂ ਇਲਾਵਾ ਇਹਨਾਂ ਗ੍ਰਾਂਟਾਂ ਰਾਹੀਂ ਪੁਲਿਸ ਸਿਖਲਾਈ ਤੇ ਸਾਰ ਸਮਾਨ ਦੇ ਨਾਲ-ਨਾਲ ਇੱਕ BC ਲਾਇਨਸ ਫੁੱਟਬਾਲ ਕਲੱਬ ਮੈਂਬਰਸ਼ਿਪ ਪ੍ਰੋਗਰਾਮ ਲਈ ਵੀ ਮਾਲੀ ਮਦਦ ਦਿੱਤੀ ਜਾਵੇਗੀ, ਜਿਸ ਨਾਲ ਗੈਂਗਾਂ ਦੇ ਵਿੱਚ ਸ਼ਾਮਿਲ ਹੋਣ ਦੇ ਰੁਝਾਨ ਨੂੰ ਠੱਲ ਪਵੇਗੀ ਤੇ ਮਾਨਸਿਕ ਸਿਹਤ ਦੇ ਲਿਹਾਜ਼ ਨਾਲ ਉਭਾਰ ਆਵੇਗਾ। ਇਸ ਤੋਂ ਇਲਾਵਾ ਇਸ ਸਾਲ ਲਿੰਗ ਆਧਾਰਿਤ ਹਿੰਸਾ ਨਾਲ ਨਜਿੱਠਣ ਲਈ ਤੇ ਘਰੇਲੂ ਹਿੰਸਾ ਦੀ ਰੋਕਥਾਮ ਕਰਨ ਲਈ 54 ਪ੍ਰੋਜੈਕਟਾਂ ਨੂੰ ਤਕਰੀਬਨ 1.8 ਮਿਲੀਅਨ ਪ੍ਰਾਪਤ ਹੋ ਰਹੇ ਨੇ। ਇਹਨਾਂ ਗ੍ਰਾਂਟਾਂ ਦੇ ਨਾਲ ਉਹਨਾਂ ਪਹਿਲ ਕਦਮੀਆਂ ਨੂੰ ਮਾਲੀ ਮਦਦ ਦਿੱਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਮੂਲ ਵਾਸੀ ਪੀੜਤਾਂ ਤੱਕ ਪਹੁੰਚ ਕਰਨਾ, ਉਹਨਾਂ ਦੀ ਤਕਲੀਫ ਨੂੰ ਘਟਾਉਣਾ ਲਈ ਸਮੂਹ ਬਣਾਉਣਾ, ਸੱਭਿਆਚਾਰਕ ਲਿਹਾਜ਼ ਦੇ ਨਾਲ ਸਮਰਥ ਅਤੇ ਸਦਮੇ ਪ੍ਰਤੀ ਗਿਆਨ ਦੇ ਆਧਾਰਿਤ ਸੇਵਾਵਾਂ ਅਤੇ ਅਤਿਆਚਾਰਪੂਰਨ ਵਿਵਹਾਰ ਤੇ ਉਹ ਗੁਰੇਜ਼ ਕਰਨ ਲਈ ਪੁਰਸ਼ਾਂ ਨੂੰ ਸਲਾਹ ਮਸ਼ਵਰਾ ਦੇਣਾ ਸ਼ਾਮਿਲ ਹੋਵੇਗਾ। ਇਸ ਤੋਂ ਇਲਾਵਾ ਦੱਸ ਦਈਏ ਕਿ ਸਿਵਲ ਫੋਰਫੀਚਰ ਆਫਿਸ ਅਪਰਾਧਕ ਗਤੀਵਿਧੀਆਂ ਪਿੱਛੇ ਮੌਜੂਦ ਮੁਨਾਫੇ ਦੇ ਮਕਸਦ ਨੂੰ ਕਮਜ਼ੋਰ ਕਰਨ ਲਈ ਕੰਮ ਕਰਦਾ ਆ ਰਿਹਾ ਹੈ, ਜਿਸ ਲਈ ਜੁਰਮ ਦੇ ਨਾਲ ਜੁੜੇ ਸਾਧਨਾਂ ਅਤੇ ਕਮਾਈ ਨੂੰ ਜ਼ਬਤ ਕੀਤਾ ਜਾਂਦਾ ਹੈ ਤੇ ਉਹਨਾਂ ਪ੍ਰੋਗਰਾਮਾਂ ਲਈ ਉਪਯੋਗ ਕੀਤਾ ਜਾਂਦਾ ਹੈ ਜੋ ਭਾਈਚਾਰਕ ਸੁਰੱਖਿਆ ਤੇ ਜੁਰਮ ਦੀ ਰੋਕਥਾਮ ਵਿੱਚ ਸਹਾਇਤਾ ਕਰਦੇ ਨੇ। ਇਸ ਸਾਲ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਜਨਤਕ ਸੁਰੱਖਿਆ ਤੇ ਸੋਲਿਸਿਟਰ ਜਨਰਲ ਮੰਤਰਾਲੇ ਤੇ ਲਿੰਗ ਸਮਾਨਤਾ ਲਈ ਸੰਸਦੀ ਸਕੱਤਰ ਦੁਆਰਾ ਲਿੰਗ ਆਧਾਰਿਤ ਹਿੰਸਾ ਦੇ ਖਾਤਮੇ ਲਈ ਵਿਕਸਿਤ ਕੀਤੀ ਗਈ ਇੱਕ ਕਾਰਜ ਯੋਜਨਾ ਨਾਲ ਮੇਲ ਖਾਂਦੀਆਂ ਨੇ। ਇਸ ਦੇ ਵਿੱਚ ਜਿਨਸੀ ਹਮਲਾ ਕੇਂਦਰਾਂ ਲਈ ਬਜਟ 2022 ਵਿੱਚ ਰੱਖੀ ਗਈ $22 ਮਿਲੀਅਨ ਦੀ ਸਥਾਈ ਮਾਲੀ ਮਦਦ ਸ਼ਾਮਿਲ ਹੈ। ਇਸ ਦੇ ਨਾਲ-ਨਾਲ ਸੂਬਾ ਸਰਕਾਰ ਦੇ ਵੱਲੋਂ ਪਾਥ ਫਾਰਵਰਡ ਕਮਿਊਨਿਟੀ ਫੰਡ ਦੇ ਵਿੱਚ $5.34 ਮਿਲੀਅਨ ਦਾ ਨਿਵੇਸ਼ ਕੀਤਾ ਗਿਆ ਹੈ ਤਾਂ ਕਿ ਸੁਰੱਖਿਆ ਯੋਜਨਾਬੰਦੀ ਸਮਰੱਥਾ ਦਾ ਦਾਇਰਾ ਵਧਾਇਆ ਜਾ ਸਕੇ ਤੇ ਮੂਲ ਵਾਸੀ ਔਰਤਾਂ, ਕੁੜੀਆਂ ਤੇ 2 SLGBTQ+ ਲੋਕਾਂ ਦਾ ਬਚਾਅ ਕੀਤਾ ਜਾ ਸਕੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਕਾਫੀ ਦਿਨਾਂ ਤੋਂ ਜਿਹੜੀ ਗੱਲ ਦੀ ਸਰਗਰਮੀ ਚੱਲ ਰਹੀ ਸੀ ਕਿ ਜੇਸਨ ਕੈਨੀ ਅੱਗੇ ਕੀ ਸਟੈਪ ਚੁੱਕਣਗੇ। ਜੇਸਨ ਕੈਨੀ ਨੇ ਫਿਲਹਾਲ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈ। ਜੇਸਨ ਕੈਨੀ ਪਿਛਲੇ ਕਾਫੀ ਸਮੇਂ ਤੋਂ ਕਈ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਵੀ ਘਿਰਦੇ ਨਜ਼ਰ ਆ ਰਹੇ ਸੀਗੇ ਤੇ ਕਈ ਕਿਸਮ ਦੀ ਉਹਨਾਂ ਦੀ ਆਪਣੇ ਪਾਰਟੀ ਕਾਕਸ ਦੇ ਨਾਲ ਵੀ ਮੀਟਿੰਗ ਹੋ ਰਹੀ ਸੀ, ਪਰ ਹਾਲ ਦੀ ਘੜੀ ਜੇਸਨ ਕੈਨੀ ਅਸਤੀਫਾ ਆਪਣਾ ਦੇ ਰਹੇ ਨੇ। ਦੱਸ ਦਈਏ ਕਿ ਜੇਸਨ ਕੈਨੀ ਨੇ ਪਾਰਟੀ ਦੀ ਲੀਡਰਸ਼ਿਪ ਰਿਵਿਊ ਦੇ ਵਿੱਚ 51.4% ਸਮਰਥਨ ਜਿੱਤਣ ਦੇ ਬਾਵਜੂਦ ਯੂਨਾਈਟਿਡ ਕੰਜ਼ਰਵੇਟਿਵ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੇ ਨਿਯਮਾਂ ਦੇ ਤਹਿਤ ਇਹ ਸਧਾਰਨ ਬਹੁਮਤ ਉਹਨਾਂ ਦੇ ਲੀਡਰ ਬਣੇ ਰਹਿਣ ਲਈ ਕਾਫੀ ਸੀ, ਪਰ ਕੈਨੀ ਨੇ ਨਤੀਜਾ ਤੋਂ ਨਾਖੁਸ਼ੀ ਪ੍ਰਗਟਾਈ। ਦੱਸ ਦੇ ਕਿ 1992 ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਲੀਡਰ ਵਜੋਂ ਲਗਾਤਾਰ 4 ਵਾਰ ਸਰਕਾਰ ਚਲਾਉਣ ਵਾਲੇ ਰੋਲਫ ਕਲੇਨ ਨੇ ਮਾਰਚ 2006 ਵਿੱਚ ਅਸਤੀਫਾ ਦੇ ਦਿੱਤਾ ਸੀ, ਜਦੋਂ ਕਿ ਉਹਨਾਂ ਨੂੰ ਲੀਡਰਸ਼ਿਪ ਰਿਵਿਊ ਦੇ ਵਿੱਚ 55% ਸਮਰਥਨ ਮਿਲਿਆ ਸੀ। ਉੱਥੇ 2006 ਤੋਂ 2011 ਵਿਚਕਾਰ ਲੀਡਰ ਵਜੋਂ ਰਹੇ ਐਡ ਸਟਲਮਿਕ ਨੇ ਇਕਾਨਮੀ ਨੂੰ ਲੈ ਕੇ ਸੂਬੇ ਵਿੱਚ ਭੜਕੇ ਗੁੱਸੇ ਤੇ ਪਾਰਟੀ ਅੰਦਰੋਂ ਉੱਠੇ ਵਿਰੋਧੀ ਸੁਰਾਂ ਦੇ ਮੱਦੇਨਜ਼ਰ ਐਲਾਨ ਕਰ ਦਿੱਤਾ ਹੈ ਕਿ ਉਹ 2011 ਵਿੱਚ ਮੁੜ ਚੋਣ ਨਹੀਂ ਲੜਨਗੇ। ਇਸੇ ਤਰ੍ਹਾਂ ਦੱਖਣੀ ਅਫਰੀਕਾ ਦੇ ਵਿੱਚ ਨੈਲਸਨ ਮੰਡੇਲਾ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣ ਲਈ $45,000 ਦੇ ਖਰਚ ਨੂੰ ਲੈ ਕੇ ਘੇਰਨ ਮਗਰੋਂ ਐਲਸਨ ਰੈਡਫੋਰਡ ਨੇ ਮਾਰਚ 2014 ਦੇ ਵਿੱਚ ਅਸਤੀਫਾ ਦੇ ਦਿੱਤਾ ਸੀ। ਦਰਸ਼ਕਾਂ ਨੂੰ ਦੱਸ ਦਈਏ ਕਿ ਬਜ਼ੁਰਗ ਜਿਹੜੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ BC ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਨਵੇਂ ਪ੍ਰੋਗਰਾਮ ਦੇ ਤਹਿਤ ਹੁਣ ਗ੍ਰਾਂਟ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ, ਯਾਨੀ ਕਿ ਉਸ ਗ੍ਰਾਂਟ ਦੇ ਤਹਿਤ ਉਹਨਾਂ ਨੂੰ ਪੈਨਸ਼ਨ ਉਹਨਾਂ ਦੀ ਵਧਾ ਦਿੱਤੀ ਗਈ ਹੈ। ਪੈਨਸ਼ਨ ਦੇ ਵਿੱਚ ਕਿਹੜੇ ਬਜ਼ੁਰਗ ਜਿਹੜੇ ਨੇ ਉਹ ਸ਼ਾਮਿਲ ਹੋਣਗੇ,
ਕਿਵੇਂ ਅਪਲਾਈ ਕਰ ਸਕਦੇ ਨੇ। 5 ਜੁਲਾਈ ਤੋਂ ਜਿਹੜੀਆਂ ਨੇ ਅਰਜ਼ੀਆਂ ਖੁੱਲ ਰਹੀਆਂ ਨੇ। ਆਓ ਜਾਣਦੇ ਹਾਂ ਇਸ ਸੰਬੰਧੀ ਵਿਸਥਾਰ ਦੇ ਨਾਲ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਭਾਈਚਾਰਿਆਂ ਨੂੰ ਬਜ਼ੁਰਗਾਂ ਦਾ ਸਮਰਥਨ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਸਰਗਰਮ ਤੇ ਸੁਤੰਤਰ ਜੀਵਨ ਜੀ ਸਕਣ, ਕਿਉਂਕਿ ਉਮਰ ਅਨੁਕੂਲ ਗ੍ਰਾਂਟਾਂ ਦੇ ਨਵੇਂ ਦੌਰ ਦੇ ਵਿੱਚ 5 ਲੱਖ ਗ੍ਰਾਂਟਾਂ ਦੇ ਰੂਪ 'ਚ ਉਪਲਬਧ ਹੋ ਰਹੀਆਂ ਨੇ। ਜੀ ਹਾਂ, BC ਦੀ ਆਬਾਦੀ ਵਧ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਇੱਥੇ ਕਈ ਬਜ਼ੁਰਗ ਵੀ ਸ਼ਾਮਿਲ ਨੇ ਤੇ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਬਜ਼ੁਰਗਾਂ ਨੂੰ ਲੋੜੀਂਦੀਆਂ ਸੇਵਾਵਾਂ ਤੇ ਸਹਾਇਤਾ ਤੱਕ ਪਹੁੰਚ ਹੋਵੇ। ਸਿਹਤ ਮੰਤਰੀ ਐਡਨ ਡਿਸਕ ਨੇ ਇਹ ਗੱਲ ਕਹੀ। ਉਮਰ ਅਨੁਕੂਲ ਗ੍ਰਾਂਟਾਂ ਬਜ਼ੁਰਗਾਂ ਨੂੰ ਸੁਤੰਤਰ ਰਹਿਣ ਦੇ ਵਿੱਚ ਮਦਦ ਕਰਦੀਆਂ ਨੇ ਤੇ ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੂਲ ਵਾਸੀ ਤੇ ਸਥਾਨਕ ਭਾਈਚਾਰੇ ਪ੍ਰੋਗਰਾਮ ਲਈ ਅਪਲਾਈ ਕਰਨਗੇ। ਇਹ ਪ੍ਰੋਗਰਾਮ ਸੂਬਾਈ ਸਰਕਾਰ ਤੇ BC ਹੈਲਥੀ ਕਮਿਊਨਿਟੀ ਸੁਸਾਇਟੀ ਵਿਚਕਾਰ ਇੱਕ ਭਾਈਵਾਲੀ ਹੈ ਜੋ ਮੁੜ ਡਿਜ਼ਾਈਨ ਕੀਤੇ ਗ੍ਰਾਂਟ ਪ੍ਰੋਗਰਾਮ ਦਾ ਪ੍ਰਬੰਧ ਸੰਭਾਲ ਰਹੀ ਹੈ। ਇਸ ਤੋਂ ਪਹਿਲਾਂ ਯੂਨੀਅਨ ਆਫ BC ਮਿਊਨਿਸਪੈਲਿਟੀਜ਼ ਨੇ ਉਮਰ ਅਨੁਕੂਲ ਕਮਿਊਨਿਟੀਜ਼ ਗ੍ਰਾਂਟ ਪ੍ਰੋਗਰਾਮ ਦਾ ਸੰਚਾਲਨ ਕੀਤਾ ਹੈ। ਸਥਾਨਕ ਅਤੇ ਮੂਲ ਵਾਸੀ ਸਰਕਾਰਾਂ 5 ਜੁਲਾਈ 2022 ਤੱਕ BCHC ਨੂੰ 2022 ਗ੍ਰਾਂਟਾਂ ਲਈ ਅਰਜ਼ੀਆਂ ਜਮ੍ਹਾਂ ਕਰ ਸਕਦੀਆਂ ਨੇ। ਉਹ ਉਮਰ ਅਨੁਕੂਲ ਮੁਲਾਂਕਣ ਅਤੇ ਕਾਰਜ ਯੋਜਨਾਵਾਂ ਲਈ ਸਟ੍ਰੀਮ 1 ਗ੍ਰਾਂਟ ਲਈ ਵੱਧ ਤੋਂ ਵੱਧ $25,000 ਜਾਂ ਸਟ੍ਰੀਮ 2 ਗ੍ਰਾਂਟ ਲਈ ਉਮਰ ਅਨੁਕੂਲ ਪ੍ਰੋਜੈਕਟਾਂ ਲਈ ਵੱਧ ਤੋਂ ਵੱਧ $15,000 ਲਈ ਅਰਜ਼ੀ ਦੇ ਸਕਦੇ ਨੇ। ਉਹਨਾਂ ਕਿਹਾ ਕਿ ਉਮਰ ਅਨੁਕੂਲ ਯੋਜਨਾ ਦੀਆਂ ਤਰਜੀਹਾਂ ਦੀਆਂ ਉਦਾਹਰਨਾਂ ਵਿੱਚ ਇਕੁਇਟੀ, ਸਥਿਰਤਾ ਤੇ ਬਹੁਖੇਤਰੀ ਭਾਈਵਾਲੀ ਦੀ ਸਿਰਜਣਾ ਸ਼ਾਮਿਲ ਹੈ। ਪ੍ਰੋਜੈਕਟਾਂ ਦੀਆਂ ਉਦਾਹਰਨਾਂ ਵਿੱਚ ਕਮਿਊਨਿਟੀ ਵਿੱਚ ਬਜ਼ੁਰਗਾਂ ਦੀ ਵਿਭਿੰਨ ਆਬਾਦੀ ਲਈ ਰਿਹਾਇਸ਼, ਆਵਾਜਾਈ, ਜਲਵਾਯੂ ਤੇ ਐਮਰਜੈਂਸੀ ਪ੍ਰਬੰਧਨ ਲੋੜਾਂ ਨੂੰ ਪੂਰਾ ਕਰਨ ਲਈ ਰਣਨੀਤੀਆਂ ਤੇ ਯੋਜਨਾਵਾਂ ਸ਼ਾਮਿਲ ਨੇ। ਨਾਲ ਹੀ ਜਨਤਕ ਥਾਵਾਂ, ਪਾਰਕ ਅਤੇ ਕੁਦਰਤ ਦੇ ਰਸਤੇ ਜੋ ਪਹੁੰਚਣਯੋਗ ਅਤੇ ਸੁਰੱਖਿਅਤ ਹਨ। ਉਹਨਾਂ ਕਿਹਾ ਕਿ ਅਸੀਂ ਉਮਰ ਅਨੁਕੂਲ ਕਮਿਊਨਿਟੀਜ਼ ਗ੍ਰਾਂਟ ਪ੍ਰੋਗਰਾਮ ਦਾ ਸੰਚਾਲਨ ਕਰਨ ਲਈ ਬਹੁਤ ਖੁਸ਼ ਹਾਂ, ਜਿਸ ਵਿੱਚ ਹੁਣ ਸਮਰਥਨ ਨਿਰਮਾਣ ਸਹਾਇਤਾ ਵੀ ਸ਼ਾਮਿਲ ਹੈ। BCHC ਦੇ ਕਾਰਜਕਾਰੀ ਨੇ ਕਿਹਾ ਹੈ ਕਿ ਬਜ਼ੁਰਗਾਂ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਜਨਸੰਖਿਆ ਹੈ। ਹੁਣ ਪਹਿਲਾਂ ਨਾਲੋਂ ਕਿਤੇ ਵੱਧ ਉਮਰ ਅਨੁਕੂਲ ਭਾਈਚਾਰਿਆਂ ਦੀ ਯੋਜਨਾਬੰਦੀ ਅਤੇ ਲਾਗੂ ਕਰਨ ਮਹੱਤਵਪੂਰਨ ਹੈ। 2020 ਦੇ ਵਿੱਚ 40 ਭਾਈਚਾਰਿਆਂ ਨੂੰ ਉਮਰ ਅਨੁਕੂਲ ਅਨੁਦਾਨ ਪ੍ਰਾਪਤ ਹੋਏ, ਜੋ ਕਿ 2019 ਵਿੱਚ 35 ਤੋਂ ਵੱਧ ਹੈ। ਸੂਬਾ ਉਹਨਾਂ ਭਾਈਚਾਰਿਆਂ ਨੂੰ ਵੀ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੇ ਉਮਰ ਅਨੁਕੂਲ ਬ੍ਰਿਟਿਸ਼ ਕੋਲੰਬੀਆ ਭਾਈਚਾਰਿਆਂ ਵਜੋਂ ਅਧਿਕਾਰਤ ਮਾਨਤਾ ਦੇ ਨਾਲ ਉਮਰ ਅਨੁਕੂਲ ਬਣਨ ਵੱਲ ਕਦਮ ਪੂਰੇ ਕੀਤੇ ਨੇ। 2021 ਤੇ 2022 ਵਿੱਚ ਉਮਰ ਦੇ ਅਨੁਕੂਲ ਬਣਨ ਲਈ 4 ਭਾਈਚਾਰਿਆਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ। ਮਤਲਬ ਉਹ ਇਹ ਯਕੀਨੀ ਬਣਾਉਣ ਲਈ ਕਦਮ ਚੁੱਕ ਰਹੇ ਨੇ ਕਿ ਬ੍ਰਿਟਿਸ਼ ਕੋਲੰਬੀਆ ਦੇ ਬਜ਼ੁਰਗ ਸਰਗਰਮ ਸਮਾਜਿਕ ਤੌਰ ਤੇ ਜੁੜੇ ਹੋਏ ਅਤੇ ਸੁਤੰਤਰ ਜੀਵਨ ਜੀ ਸਕਦੇ ਨੇ। ਦੱਸਦੇ ਕਿ BCHC ਇੱਕ ਸੂਬਾ ਵਿਆਪੀ ਗੈਰ ਲਾਭਕਾਰੀ ਸੰਸਥਾ ਹੈ ਜੋ ਸਿਹਤਮੰਦ, ਸੰਪੰਨ ਅਤੇ ਲਚਕੀਲੇ ਭਾਈਚਾਰਿਆਂ ਦੇ ਚੱਲ ਰਹੇ ਵਿਕਾਸ ਦੀ ਸਹੂਲਤ ਦਿੰਦੀ ਹੈ। 2015 ਤੋਂ BCHC ਦੇ ਪ੍ਰੋਗਰਾਮ ਦੇ ਸਮਰਥਨ ਨਿਰਮਾਣ ਹਿੱਸੇ ਨੂੰ ਪ੍ਰਦਾਨ ਕਰਨ ਲਈ ਸੂਬੇ ਨਾਲ ਸਾਂਝੀਦਾਰੀ ਵਿੱਚ ਕੰਮ ਕੀਤਾ ਜਾਂਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। GNI यानी गुरु नानक इंस्टीट्यूट ऑफ ग्लोबल स्टडीज़ प्रोग्राम जी हाँ लॉन्च कर दिता गया और इस दे तहत 3 अजिहे प्रोग्राम लॉन्च किए गए हैं जिस दे विच सिख इतिहास, लिटरेचर, ਜਿਹੜਾ ਕਿ डिवोशनल संगीत है उस संबंधी इस दे विच तुसीं दाखला हासिल कर सकते हो। सो ये प्रोग्राम लॉन्च किए गए हैं और बहुत ही दरमियानी फीस दे विच ये प्रोग्राम जिहड़े होणगे। इस दे विच किहड़ी कैटेगरी शामिल होएगी, किहड़े वो विद्यार्थी ने जिहड़े इस विच दाखला लै सकदे ने, आओ जाणदे हां इस संबंधी जानकारी GNI ਦੇ ਚੇਅਰਮੈਨ ਗਿਆਨ ਸਿੰਘ ਸੰਧੂ ਹੋਰਾਂ ਤੋਂ। ਸਰੀ ਦੇ ਵਿੱਚ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦਾ ਆਗਾਜ਼ ਹੋ ਚੁੱਕਿਆ ਹੈ ਜਿਸ ਦੇ ਵਿੱਚ 3 ਡਿਪਲੋਮਾ ਜਿਹੜੇ ਦਿੱਤੇ ਜਾ ਰਹੇ ਨੇ। ਇਹ ਡਿਪਲੋਮਾ ਕਿਹੜੇ ਨੇ, ਕਿਵੇਂ ਇਸ ਦਾ ਆਗਾਜ਼ ਕੀਤਾ ਗਿਆ, ਕੀ ਕੁਛ ਇਹਦੇ ਵਿੱਚ ਖਾਸ ਹੋਏਗਾ, ਕਿਹੜੀ ਜਨਰੇਸ਼ਨ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਸਕਦੀ ਹੈ, ਇਹਦੀ तमाम ਜਾਣਕਾਰੀ ਲਈ ਸਾਡੇ ਨਾਲ ਜੁੜੇ ਹੋਏ ਨੇ GNI ਬੋਰਡ ਦੇ ਚੇਅਰਮੈਨ ਗਿਆਨ ਸਿੰਘ ਸੰਧੂ ਜੀ। ਉਹਨਾਂ ਨਾਲ ਇਸ ਸੰਬੰਧੀ ਗੱਲਬਾਤ ਕਰਦੇ ਹਾਂ। ਗਿਆਨ ਸਿੰਘ ਸੰਧੂ ਜੀ, ਇਹ ਬਹੁਤ ਹੀ ਖੂਬਸੂਰਤ ਚੀਜ਼ ਹੈ ਜਿਹੜੀ ਕਿ ਸ਼ੁਰੂ ਹੋਈ ਹੈ ਔਰ ਇਹਦੀ ਕਾਫੀ ਦੇਰ ਤੋਂ ਮੰਗ ਵੀ ਕੀਤੀ ਜਾ ਰਹੀ ਹੈ। ਨੋ ਡਾਊਟ ਤੁਹਾਨੂੰ ਵੀ ਬੜੀ ਜਹਿਦ ਕਰਨੀ ਪਈ ਹੈ। ਇਹਦੇ ਬਾਰੇ ਜਾਣਨਾ ਚਾਹਾਂਗੇ, ਡਿਪਲੋਮਾ ਜਦੋਂ ਤੁਸੀਂ ਲਿਆਂਦੇ ਨੇ ਤਾਂ ਕੀ ਕੁਛ ਇਹਦੇ ਵਿੱਚ ਖਾਸ ਲੋਕਾਂ ਨੂੰ ਮਿਲਣ ਜਾ ਰਿਹਾ? ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਮੈਨੂੰ ਇਸ ਇਹਦੇ ਵਿੱਚ ਸ਼ਾਮਲ ਹੋਣ ਵਾਸਤੇ। ਤੇ ਦੇਖੋ ਇਹ ਪ੍ਰੋਗਰਾਮਾਂ ਦੀ ਬਹੁਤ ਜ਼ਰੂਰਤ ਸੀ ਸਾਡੀ ਕੌਮ ਦੇ ਵਿੱਚ। ਇਹਨੇ 125 ਸਾਲ ਇੱਥੇ ਵਸਣ ਤੋਂ ਬਾਅਦ ਅੱਜ ਜੇ ਅਸੀਂ ਇਹ ਅਹਿਸਾਸ ਆਪਣੀ ਕੋਈ ਇੰਸਟੀਚਿਊਟ ਇਸ ਲੈਵਲ 'ਤੇ ਪੈਦਾ ਨਹੀਂ ਕਰ ਸਕੇ ਜਿਹੜੀ ਪੋਸਟ ਸੈਕੰਡਰੀ ਐਜੂਕੇਸ਼ਨ ਦੇ ਸਕੇ, ਇਹਦਾ ਮੈਂ ਸਮਝਦਾ ਵੀ ਕੌਮ ਨੇ ਅਜੇ ਬਹੁਤਾ ਅਚੀਵ ਨਹੀਂ ਕੀਤਾ। ਸੋ ਇਹਦੇ ਵਿੱਚ ਆਪਾਂ 3 ਡਿਪਲੋਮਾ ਕੋਰਸਿਸ ਜਿਹੜੇ ਨੇ, 2 ਡਿਪਲੋਮਾ ਅਤੇ 1 ਸਰਟੀਫਿਕੇਟ ਕੋਰਸ ਜਿਹੜਾ ਸਰਕਾਰ ਆਲਰੇਡੀ ਅਪਰੂਵਲ ਦੇ ਚੁੱਕੀ ਹੈ ਸਾਨੂੰ। ਉਹਦੇ ਵਿੱਚ ਇੱਕ ਸਿੱਖ ਸਟੱਡੀਜ਼ ਦਾ ਡਿਪਲੋਮਾ ਜੀ ਜਿਹਦੇ ਵਿੱਚ 7 ਕੋਰਸਿਸ ਹੋਣਗੇ। 7 ਦੇ ਵਿੱਚੋਂ 5 ਕੋਰਸਿਸ ਕੰਪਲੀਟ ਕਰਨੇ ਲਾਜ਼ਮੀ ਹੋਣਗੇ।
ਜਿਹਦੇ ਵਿੱਚ ਇੰਟਰੋਡਕਸ਼ਨ ਟੂ ਸਿੱਖੀ ਹੈ ਤੇ 4 ਲੈਵਲ ਪੰਜਾਬੀ ਦੇ ਨੇ। ਇੰਟਰੋਡਕਸ਼ਨ ਹੈਗਾ ਆ ਪੰਜਾਬੀ ਰੀਡਿੰਗ ਐਂਡ ਰਾਈਟਿੰਗਸ ਦਾ ਹੈਗਾ, ਇੰਟਰਮੀਡੀਏਟ ਪੰਜਾਬੀ ਹੈਗਾ ਤੇ ਐਡਵਾਂਸਡ ਪੰਜਾਬੀ ਹੈਗਾ। ਜਿਹੜੇ ਕੋਰਸ ਸਾਡੇ ਕਰਨਗੇ ਫॉर ਉਦਾਹਰਨ ਵਜੋਂ ਪੰਜਾਬੀ ਦੇ ਵਿੱਚ ਪੰਜਾਬੀ ਅਖਬਾਰਾਂ ਨੂੰ ਟਰਾਂਸਲੇਸ਼ਨ ਕਰ ਸਕਣਗੇ। ਇਹ ਉਹਨਾਂ ਦੀ ਕੈਪੈਸਿਟੀ ਇਸ ਲੈਵਲ ਤੱਕ ਪਹੁੰਚ ਗਈ। ਸਾਰੇ ਹੀ ਵੱਖਰੇ ਵੱਖਰੇ ਲੈਵਲ ਦੇ ਸਬਜੈਕਟ ਦੇ ਮਹਾਰਾਜ ਨੇ ਤਿਆਰ ਕੀਤੇ ਹੋਏ ਨੇ। ਇੱਕ ਕੋਰਸ ਜਿਹੜਾ ਹੈ ਸਿੱਖ ਰਿਲੀਜਨ ਦੇ ਬਾਰੇ ਆ ਤੇ ਕੰਪੈਰੇਟਿਵ ਰਿਲੀਜਨਸ ਬਾਰੇ ਆ, ਤੇ ਦੂਸਰਾ ਇੱਕ ਸਿੱਖ ਐਥੋਸ ਦਾ ਬਿਲਕੁਲ ਨਵਾਂ ਕੋਰਸ ਹੈ। ਕਿਸੇ ਵੀ ਦੁਨੀਆ ਭਰ ਦੀ ਕਿਸੇ ਯੂਨੀਵਰਸਿਟੀ ਵਿੱਚ ਉਹ ਕੋਰਸ ਨਹੀਂ ਜੇ ਪੜ੍ਹਾਇਆ ਜਾਂਦਾ। ਉਹ ਵਿਕਟੋਰੀਆ 'ਚ ਸਾਡੇ ਪ੍ਰੋਫੈਸਰ ਨੇ ਉਹਨਾਂ ਨੇ ਤਿਆਰ ਕੀਤਾ ਹੋਇਆ, ਤੇ ਉਹ ਕੋਰਸਿਸ ਵੀ ਪੜ੍ਹਾਇਆ ਜਾਏਗਾ। ਉਹ 7 ਦੇ ਵਿੱਚੋਂ 5 ਕਰਨੇ ਪੈਣਗੇ। ਇੱਕ ਸਰਟੀਫਿਕੇਟ ਪ੍ਰੋਗਰਾਮ ਅਸੀਂ ਰੱਖਿਆ ਸਿਰਫ ਪੰਜਾਬੀ ਵਾਸਤੇ, ਕਿਉਂਕਿ ਜ਼ਿਆਦਾ ਲੋੜ ਸਾਨੂੰ ਜਦ ਅਸੀਂ ਮਾਰਕੀਟਿੰਗ ਰਿਸਰਚ ਵੀ ਕਰ ਰਹੇ ਸੀਗਾ, ਪੰਜਾਬੀ ਬਾਰੇ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਸੀ। ਸੋ ਅਸੀਂ ਉਹ ਫਿਰ ਪੰਜਾਬੀ ਸਰਟੀਫਿਕੇਟ ਪ੍ਰੋਗਰਾਮ ਰੱਖਿਆ ਹੋਇਆ। 4 ਕੋਰਸਿਸ ਨੇ ਪੰਜਾਬੀ ਦੇ, 4 ਦੇ ਵਿੱਚੋਂ 3 ਕੰਪਲੀਟ ਕਰਨੇ ਪੈਣਗੇ। ਤੇ ਜਿੱਥੇ ਤੱਕ ਫਿਰ ਗੁਰਮਤ ਸੰਗੀਤ ਦਾ ਜਿਹਦੀ ਹਮੇਸ਼ਾ ਡਿਮਾਂਡ ਰਹਿੰਦੀ ਆ, ਕਦੇ ਅਸੀਂ ਸੋਚਿਆ ਨਹੀਂ ਹਰ ਘਰ ਦੇ ਵਿੱਚ ਬੱਚਾ ਕੀਰਤਨ ਸਿੱਖਦਾ, ਠੀਕ ਹੈ ਜੀ, ਚਾਹੇ ਥੋੜ੍ਹਾ ਕਰਦਾ ਜਾਂ ਬਹੁਤਾ ਸਿੱਖਦਾ, ਕਿਉਂ ਨਹੀਂ ਉਹਨੂੰ ਯੂਨੀਵਰਸਿਟੀ ਲੈਵਲ ਦੇ ਉੱਤੇ ਲਿਜਾ ਕੇ ਅਸੀਂ ਕ੍ਰੈਡਿਟ ਦਵਾ ਸਕੀਏ। ਸੋ ਅਸੀਂ ਉਸ ਪੱਖ ਪਹਿਲੇ ਤੋਂ ਸੋਚਦੇ ਹੋਇਆ ਇਹ ਵਿਚਾਰ ਕੀਤੀ ਸੀ। ਉਹ 6 ਕੋਰਸਿਸ ਨੇ, ਉਹਦੇ ਵਿੱਚ ਇੰਟਰੋਡਕਸ਼ਨ ਤੋਂ ਲੈ ਕੇ ਐਡਵਾਂਸ ਟੈਕਲੀ ਤੁਸੀਂ ਪਬਲਿਕ ਦੇ ਵਿੱਚ ਆਮ ਕੀਰਤਨ ਕਰ ਸਕਿਆ ਕਰੋਗੇ। ਪੂਰੇ ਤੰਤੀ ਸਾਜ਼ਾਂ ਨਾਲ ਵੀ ਦੀ ਵਿਦਿਆ ਵੀ ਦਿੱਤੀ ਜਾਏਗੀ, ਬਾਕੀ ਸਾਜ਼ ਤਾਂ ਹੋਣਗੇ ਤੁਹਾਡੇ ਨਾਲ। ਸੋ ਉਹ ਵੀ 6 ਕੋਰਸਿਸ ਨੇ ਜੀ, 6 ਦੇ ਵਿੱਚੋਂ 5 ਕੰਪਲੀਟ ਕਰਨੇ ਜ਼ਰੂਰੀ ਹੋਣਗੇ। ਸੋ ਉਹ ਡਿਪਲੋਮਾ ਤੁਹਾਨੂੰ ਉਸ ਲੈਵਲ 'ਤੇ ਮਿਲੇਗਾ ਜੀ। ਸਭ ਤੋਂ ਅਹਿਮ ਗੱਲ ਹੁੰਦੀ ਹੈ ਕਿ ਜਦੋਂ ਇਹ ਪ੍ਰੋਗਰਾਮ ਕੋਈ ਵੀ ਨਵੇਂ ਪ੍ਰੋਗਰਾਮ ਲਾਂਚ ਹੁੰਦੇ ਨੇ, ਸਪੈਸ਼ਲੀ ਐਜੂਕੇਸ਼ਨ ਦੇ ਮਾਧਿਅਮ ਦੇ ਨਾਲ, ਤਾਂ ਉਹਨਾਂ ਦੀ ਜਿਹੜੀ ਫੀਸ ਹੈ ਉਹ ਕਿੰਨੀ ਹੋਏਗੀ, ਇਹ ਬਹੁਤ ਜ਼ਰੂਰੀ ਹੁੰਦਾ ਜਾਣਨਾ। ਤੇ ਇਹ ਫੀਸ ਦੇ ਨਾਲ ਕੀ ਇਹਦੇ ਵਿੱਚ ਕੋਈ ਏਜ ਲਿਮਿਟ ਵੀ ਹੈਗੀ ਆ, ਵੀ ਇੰਨੇ ਤੋਂ ਇੰਨੇ ਏਜ ਦੇ ਜਿਹੜੇ ਲੋਕ ਨੇ ਉਹ ਇਹਦੇ ਵਿੱਚ ਹਿੱਸਾ ਲੈ ਸਕਦੇ ਨੇ? ਹਾਂਜੀ, ਦੇਖੋ ਏਜ ਲਿਮਿਟ ਤਾਂ ਅਸੀਂ ਉਸ ਲੈਵਲ 'ਤੇ ਵੈਸੇ ਕੁਝ ਕੋਰਸਿਸ ਨੇ ਜਿੱਥੇ ਇੰਟਰੋਡਕਸ਼ਨ ਵਾਲੀ ਉੱਥੇ ਤਾਂ ਕੋਈ ਵੀ ਲੈ ਸਕਦਾ ਜੇ, ਪਰ ਜਦ ਤੋਂ ਅੱਗੇ ਜਾਂਦੇ ਨੇ ਫਿਰ ਅਸੀਂ ਘੱਟ ਤੋਂ ਘੱਟ ਗ੍ਰੇਡ 12 ਦੀ ਐਜੂਕੇਸ਼ਨ ਦਾ ਰੱਖਿਆ ਹੋਇਆ ਗ੍ਰੇਡ, ਕਿਉਂਕਿ ਯੂਨੀਵਰਸਿਟੀ ਲੈਵਲ ਦੇ ਕੋਰਸਿਸ ਨੇ। ਹੁਣ ਅਸੀਂ ਬੱਚਾ ਜਿਹੜਾ 6-7 ਸਾਲ ਦਾ 8 ਸਾਲ ਦਾ ਤਾਂ ਨਹੀਂ ਲੈ ਸਕਦੇ ਜਿਹਨੂੰ ਅਸੀਂ ਯੂਨੀਵਰਸਿਟੀ ਦੇ ਕ੍ਰੈਡਿਟ ਲੈ ਕੇ ਦੇ ਸਕੀਏ। ਗ੍ਰੇਡ 12 ਕੀਤੀ ਹੋਈ ਹੋਵੇਗੀ ਤੇ ਤਦੇ ਉਹ ਯੂਨੀਵਰਸਿਟੀ ਲੈਵਲ ਦੇ ਕੋਰਸਿਸ ਕਰਨਗੇ। ਸੋ ਇਸ ਕਰਕੇ ਉਹਦੀ ਰਿਕੁਆਇਰਮੈਂਟ ਹੋਵੇਗੀ। ਉਹਨਾਂ ਦੇ ਵਿੱਚ ਭਾਸ਼ਾ ਵੀ ਟੈਸਟਿੰਗ ਹੋਵੇਗੀ ਕਿ ਕੀ ਉਹਦੀ ਅੰਗਰੇਜ਼ੀ ਨੂੰ ਵੀ ਪ੍ਰੋਪਰ ਕੰਪਰੀਹੈਂਡ ਕਰਦੇ ਜਾਂ ਨਹੀਂ ਕਰਦੇ ਹੈਗੇ, ਜਾਂ ਜਿਹੜੇ ਸੰਗੀਤ ਦੇ ਪ੍ਰੋਗਰਾਮ ਨੇ ਗੁਰਮਤ ਦੇ ਉਹਦੇ ਵਿੱਚ ਪੰਜਾਬੀ ਭਾਸ਼ਾ ਦੀ ਟੈਸਟਿੰਗ ਜ਼ਰੂਰ ਹੋਵੇਗੀ ਵੀ ਕੀ ਉਹ ਪੰਜਾਬੀ ਭਾਸ਼ਾ ਸਿੱਖ ਲਈ ਹੈ ਉਹ ਨਹੀਂ ਪੜ੍ਹ ਸਕਦੇ ਨੇ ਜੀ। ਹੁਣ ਕੀਰਤਨ ਕਰਨਾ ਅੰਗਰੇਜ਼ੀ ਵਿੱਚ ਤਾਂ ਨਹੀਂ ਕਰਨਾ ਜੀ, ਠੀਕ ਹੈ। ਸੋ ਉਹ ਭਾਸ਼ਾ ਦਾ ਜਾਣਨਾ ਜ਼ਰੂਰੀ ਹੋਗਾ। ਸੋ ਕਾਫੀ ਰਿਕੁਆਇਰਮੈਂਟਸ ਨੇ ਵੱਖਰੇ ਵੱਖਰੇ ਲੈਵਲ ਦੇ ਉੱਤੇ। ਉਹ ਪ੍ਰੀ ਰੈਕੁਇਜ਼ਿਟ ਰਿਕੁਆਇਰਮੈਂਟਸ ਆਪਣੀ ਵੈਬਸਾਈਟ 'ਤੇ ਦਿੱਤੀਆਂ ਹੋਈਆਂ ਨੇ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਜੀ, gurunanak.institute.ca 'ਤੇ ਜਾਓ ਤੇ ਕੱਲੇ ਕੋਰਸ ਨੂੰ ਪੂਰੀ ਵੇਰਵੇ ਦੇ ਨਾਲ ਦਿੱਤਾ ਹੋਇਆ ਵੀ ਉਹਦਾ ਅਲਟੀਮੇਟ ਸਾਡਾ ਨਿਸ਼ਾਨਾ ਕੀ ਹੈ, ਉਹਨੂੰ ਪੜ੍ਹਾਇਆ ਕੀ ਜਾਵੇਗਾ, ਈਚ ਸਬਜੈਕਟ ਦੇ ਵਿੱਚ ਕੀ ਦੱਸਿਆ ਜਾਵੇਗਾ, ਉਹ ਸਭ ਕੁਝ ਡਿਟੇਲਡ ਹੈਗਾ। ਹਾਂ ਸਾਰੀ ਫੀਸ ਤੇ ਜਿਹੜੀ ਹੈਗੀ ਆ ਉਦਾਹਰਨ ਵਜੋਂ ਮੈਂ ਤੁਹਾਨੂੰ ਦੇ ਦਿੰਦਾ, ਜਿਹੜੇ ਤਾਂ ਕੋਰਸਿਸ 13 ਹਫ਼ਤਿਆਂ ਵਿੱਚ ਕੰਪਲੀਟ ਹੋਣੇ ਆ, ਆਮ ਯੂਨੀਵਰਸਿਟੀਆਂ ਆਪਣੀਆਂ ਕੈਨੇਡਾ, ਅਮਰੀਕਾ ਜਾਂ ਹੋਰਨਾਂ ਵਿਦੇਸ਼ਾਂ ਦੇ ਵਿੱਚ 30 ਤੋਂ 36 ਘੰਟੇ ਜਿਹੜੇ ਆ ਉਹਦੇ ਤੁਹਾਨੂੰ ਟ੍ਰੇਨ ਐਜੂਕੇਸ਼ਨ ਦੇ ਉਹਦੇ ਤੁਹਾਨੂੰ 3 ਕ੍ਰੈਡਿਟ ਮਿਲਦੇ ਨੇ। ਪਰ ਅਸੀਂ ਜਿਹੜੇ ਕੋਰਸਿਸ ਸਾਡੇ ਵੱਧ ਸਮੇਂ 39 ਤੋਂ 40 ਘੰਟੇ ਦੇ ਰੱਖੇ ਹੋਏ ਨੇ, ਠੀਕ ਹੈ ਜੀ। ਅਸੀਂ ਕੁਝ ਘੰਟੇ ਵੱਧ ਪੜ੍ਹਾਉਂਦੇ ਜੇ, ਕਿਉਂਕਿ ਉਹਦੇ ਵਿੱਚ ਅਸੀਂ ਸਿੱਖੀ ਦਾ ਪਹਿਲੂ ਵੀ ਨਾਲ ਲੈ ਆਉਂਦੇ ਆ, ਠੀਕ ਹੈ। ਉਹ ਫਿਰ ਉਹਦੇ ਨਾਲ ਜਿਹੜੀ ਸਾਡੀ ਪੜ੍ਹਾਈ ਹੈ ਇਕੱਲੇ ਕੋਰਸ ਜਿਹੜਾ ਤਾਂ 13 ਹਫ਼ਤੇ ਵਾਲਾ ਕੋਰਸ ਆ ਟਾਈਮਸ 3 ਆਵਰਸ 39-40 ਆਵਰਸ ਵਾਲਾ ਕੋਰਸ ਹੈ, ਉਹਦੀ ਜਿਹੜੀ ਫੀਸ ਹੈ ਬਿਲਕੁਲ ਘੱਟ ਹੈ, $350। ਅਸੀਂ ਜੇ 20 ਸਟੂਡੈਂਟ ਵੀ ਲਈਏ ਤਾਂ ਸਾਡਾ ਪ੍ਰੋਫੈਸਰ ਦੇ ਖਰਚੇ ਨਹੀਂ ਪੂਰੇ ਹੁੰਦੇ, ਤੁਸੀਂ ਅੰਦਾਜ਼ਾ ਲਾ ਲੈਣਾ ਉਹਦੇ ਵਿੱਚੋਂ, ਕਿਉਂਕਿ ਅਸੀਂ ਜਿਹੜੇ ਪ੍ਰੋਫੈਸਰਸ ਨੂੰ ਪੇ ਕਰਨਾ ਆ ਇੱਥੋਂ ਦੀਆਂ ਯੂਨੀਵਰਸਿਟੀਆਂ ਦੇ ਬਰਾਬਰ ਪੇ ਕਰਨਾ ਹੈ, ਨਾ ਕਿ ਕਿਸੇ ਹੋਰ ਦੇਸ਼ ਦੀ ਯੂਨੀਵਰਸਿਟੀਆਂ ਦੇ ਬਰਾਬਰ। ਸੋ ਇਸ ਕਰਕੇ ਜਿਹੜੇ ਕੋਰਸਿਸ ਕੁਛ ਖਾਸ ਕਰਕੇ ਗੁਰਮਤ ਸੰਗੀਤ ਦੇ ਕੁਝ ਕੋਰਸਿਸ ਨੇ ਜਿਹੜੇ 16 ਹਫ਼ਤਿਆਂ 'ਚ ਕੰਪਲੀਟ ਹੋਣਗੇ, ਫਿਰ ਉਹਦੀ ਪ੍ਰਪੋਰਸ਼ਨੇਟਲੀ ਉਹਦੇ 350 ਦੇ ਪ੍ਰਪੋਰਸ਼ਨਲੀ ਉਹਦੀ ਫੀਸ ਥੋੜ੍ਹੀ ਜਿਹੀ ਵੱਧ ਹੋ ਗਈ। ਕੁਛ 20 ਹਫ਼ਤੇ ਵਾਲੇ ਨੇ, ਕੁਛ 25 ਹਫ਼ਤੇ ਵਾਲੇ ਨੇ ਤੇ ਕੁਛ 30 ਹਫ਼ਤੇ ਵਾਲੇ ਕੋਰਸਿਸ ਨੇ ਉਹਦੇ ਵਿੱਚ। ਸੋ ਇਸ ਕਰਕੇ ਉਹਦੀ ਪ੍ਰਪੋਰਸ਼ਨਲੀ ਥੋੜ੍ਹੀ ਵੱਧਦੀ ਜਾਏਗੀ ਉਸ ਹਿਸਾਬ ਦੇ ਨਾਲ। ਪਰ ਜਿਹੜੀ ਬੇਸ ਹੈ ਫੀਸ ਦਾ, ਜਿਹੜਾ 13 ਹਫ਼ਤੇ ਵਾਲਾ ਆਮ ਹੈਗਾ 3 ਕ੍ਰੈਡਿਟਸ ਵਾਲਾ, ਉਹਦੀ $350 ਹੈ। ਉਹਦੇ ਨਾਲ ਐਡਮਿਨਿਸਟ੍ਰੇਸ਼ਨ ਫੀਸ ਤਾਂ ਥੋੜ੍ਹੀ ਵਾਲੀਆਂ ਹੁੰਦੀਆਂ ਨੇ, ਪਰ ਅਸੀਂ ਉਹ ਵੀ ਬਹੁਤ ਘੱਟ ਲੈਵਲ 'ਤੇ ਰੱਖੀਆਂ ਹੋਈਆਂ। ਸਰਕਾਰ ਤਾਂ ਸਾਨੂੰ ਕਹਿੰਦੀ ਵੀ ਤੁਸੀਂ $250 ਚਾਰਜ ਕਰ ਸਕਦੇ ਹੋ। ਆਈ ਥਿੰਕ ਅਸੀਂ ਉਹਦੀ ਐਡਮਿਨਿਸਟ੍ਰੇਸ਼ਨ $100 ਰੱਖੀ ਹੋਈ ਹੈ। ਅਤੇ ਜਿਹੜੀ ਫਿਰ ਤੁਹਾਨੂੰ ਮਟੀਰੀਅਲ ਵੀ ਦੇਣਾ ਪੈਂਦਾ ਹੈ ਨਾਲ, ਉਹਦੇ ਵਾਸਤੇ ਵੀ ਜਿਹੜੀ ਹੈਗੀ ਉਹਦੀ ਫੀਸ ਵੀ ਸਾਡੀਆਂ ਬਹੁਤ ਘੱਟ ਨੇ। ਵੈਬਸਾਈਟ 'ਤੇ ਜਾਣ 'ਤੇ ਦੇਖਣ 'ਤੇ ਤੁਸੀਂ ਸਾਨੂੰ ਇਨਫੈਕਟ ਕਾਲਾਂ ਪੰਜਾਬ ਤੋਂ ਆ ਰਹੀਆਂ ਨੇ ਵੀ ਸਾਡੇ ਪੰਜਾਬ ਵਿੱਚ ਫੀਸਾਂ ਵੱਧ ਚਾਰਜ ਹੋ ਰਹੀਆਂ ਨੇ ਅਤੇ ਤੁਸੀਂ ਘੱਟ ਚਾਰਜ ਕਰਦੇ ਹੋ, ਤੁਸੀਂ ਕਿੱਦਾਂ ਸਰਵਾਈਵ ਕਰੋਗੇ। ਅਤੇ ਸਰਵਾਈਵ ਗੁਰੂ ਨਾਨਕ ਸਾਹਿਬ ਦਾ ਫਿਲਾਸਫੀ 'ਤੇ ਕਰਨਾ ਜੀ, ਇਹ ਤਾਂ ਆਪੇ ਕਰੇਗਾ, ਉਹਦੀ ਇੰਸਟੀਚਿਊਟ ਹੈ। ਗਿਆਨ ਸਿੰਘ ਸੰਧੂ ਜੀ, ਇੱਕ ਬੜੀ ਅਹਿਮ ਚੀਜ਼ ਹੁੰਦੀ ਹੈ ਕਿ ਜਦੋਂ ਵੀ ਕਿਸੇ ਨੇ ਸਿੱਖਿਆ ਹਾਸਲ ਕਰਨੀ ਹੈ, ਕਈ ਬੱਚਿਆਂ ਦੇ ਸਵਾਲ ਹੋ ਸਕਦਾ ਜਿਹੜੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਵੀ ਕੀ ਉਹਦੇ ਵਾਸਤੇ ਪੰਜਾਬੀ ਪੜ੍ਹਨੀ, ਪੰਜਾਬੀ ਬੋਲਣੀ
ਉਹਦਾ ਲੈਵਲ ਹੋਏਗਾ? ਜੇ ਮੰਨ ਲਓ ਕਿਸੇ ਨੂੰ ਬੋਲਣੀ ਆਉਂਦੀ ਹੈ ਤਾਂ ਕਿਸੇ ਨੂੰ ਲਿਖਣੀ ਨਹੀਂ ਆਉਂਦੀ, ਕਿ ਉਹ ਪਾਰਟਿਸਿਪੇਟ ਕਰ ਸਕਦੇ ਨੇ, ਇਹਦੇ ਵਿੱਚ ਹਿੱਸਾ ਲੈ ਸਕਦੇ ਨੇ? ਜਿਹੜਾ ਬੋਲਣ ਜਾਣਦਾ ਜੀ, ਖਾਸ ਕਰਕੇ ਕੈਨੇਡੀਅਨ ਬੱਚਿਆਂ ਦੇ ਵਿੱਚ ਜਾਂ ਨਾਰਥ ਅਮਰੀਕਨ ਜਾਂ ਵੈਸਟਰਨ ਖਿੱਤੇ ਦੇ ਵਿੱਚ ਰਹਿੰਦੇ ਹੋਏ ਬੱਚੇ, ਮੈਂ ਕਹਿ ਸਕਦਾ ਕਈ ਵਾਰੀ ਘਰਾਂ ਵਿੱਚ ਅਸੀਂ ਬੋਲਣੀ ਸਿੱਖ ਜਾਂਦੇ ਹਾਂ, ਔਰ ਉਹਦੀ ਬੋਲਣੀ ਵੀ ਜਿਹੜੀ ਪ੍ਰੋਪਰ ਪ੍ਰੋਨਾਂਸੀਏਸ਼ਨ ਨਹੀਂ ਹੈਗਾ, ਠੀਕ ਆ। ਅਸੀਂ ਇੱਕ ਸਪੈਸ਼ਲ ਕੋਰਸ ਤਿਆਰ ਕੀਤਾ ਹੋਇਆ ਰੀਡਿੰਗ ਤੇ ਰਾਈਟਿੰਗ ਦਾ ਉਹਨਾਂ ਵਾਸਤੇ ਹੀ, ਤੇ ਉਹ ਕੋਰਸਿਸ ਵੀ ਆਪਣਾ 39 ਆਵਰਸ ਦਾ 13 ਹਫ਼ਤੇ ਦਾ ਕੋਰਸ ਹੈਗਾ। ਜਦ ਤੁਸੀਂ ਉਹ ਕੋਰਸ ਦੇ ਥਰੂ ਜਾਵੋਗੇ, ਤੁਸੀਂ ਕਪੈਸਿਟੀ ਰੱਖੋਗੇ ਵੀ 2-4 ਪੈਰਾਗ੍ਰਾਫ ਪੰਜਾਬੀ ਵਿੱਚ ਲਿਖ ਸਕੋ, ਔਰ ਈਜ਼ੀਲੀ ਤੁਸੀਂ ਅੰਡਰਸਟੈਂਡ ਕਰ ਸਕੋ, ਕਿਉਂਕਿ ਪ੍ਰੈਕਟੀਕਲ ਜਿਹੜਾ ਹਰ ਲੈਸਨ ਦੇ ਵਿੱਚ ਪ੍ਰੈਕਟੀਕਲ ਜਿਹੜਾ ਰੂਪ ਹੈ ਬਹੁਤ ਜ਼ਿਆਦਾ ਹੈਗਾ, ਕਿਉਂਕਿ ਕੁਇਜ਼ਸ ਹੈਗੀਆਂ, ਤੁਹਾਨੂੰ ਕਰਨਾ ਪਏਗਾ, ਮਿਹਨਤ ਕਰਨੀ ਪਏਗੀ। ਜਿਹਨੇ ਵੀ ਇਹ ਕੋਰਸਿਸ ਤਿਆਰ ਕਰਨੇ ਆ, ਉਹਦੀ ਬੈਕਗਰਾਊਂਡ ਜੇ ਤੁਸੀਂ ਚੈੱਕ ਕਰੋਗੇ, ਤੁਹਾਨੂੰ ਘਰ ਵਿੱਚ ਮਿਹਨਤ ਕਰਨੀ ਪਏਗੀ, 4 ਤੋਂ 5 ਘੰਟੇ ਸਟੱਡੀ ਕਰਨੀ ਪੈਗੀ ਉਹਦੇ ਵਾਸਤੇ, ਨੈਕਸਟ ਲੈਸਨ ਵਾਸਤੇ। ਸੋ ਇਸ ਕਰਕੇ ਬਿਲਕੁਲ ਜੀ, ਕਿਉਂਕਿ ਲੈਣ ਕੇ ਅਸੀਂ ਕੋਰਸ ਸਪੈਸ਼ਲੀ ਡਿਜ਼ਾਈਨ ਹੀ ਇਸ ਲੈਵਲ ਤੇ ਕੀਤੇ ਹੋਏ ਨੇ ਵੀ, ਕਿਉਂਕਿ ਸਾਨੂੰ ਪਤਾ ਬੱਚਿਆਂ ਦੀਆਂ ਮੁਸ਼ਕਲਾਂ ਕਿਹੜੀਆਂ ਨੇ। ਸੋ ਇਹਦੇ ਨਾਲ ਜਿਹੜੀ ਜਨਰੇਸ਼ਨ ਹੈ, ਤੁਹਾਨੂੰ ਇਸ ਚੀਜ਼ ਦਾ ਕੋਈ ਰਿਵਿਊ ਕੀਤਾ ਗਿਆ ਸੀਗਾ ਗਿਆਨ ਸਿੰਘ ਜੀ? ਇਹ ਮੇਰਾ ਸਵਾਲ ਇਸ ਲਈ ਹੈ ਕਿਉਂਕਿ ਜਦੋਂ ਕੈਨੇਡਾ ਦੀ ਧਰਤੀ ਤੇ ਅਸੀਂ ਬੈਠੇ ਹਾਂ, ਜਿਹੜੇ ਇੱਧਰ ਦੇ ਜੰਮਪਲ ਬੱਚੇ ਹੈ, ਉਹ ਆਈ ਥਿੰਕ ਪੰਜਾਬੀ ਕੋਰਸਾਂ ਦੇ ਵਿੱਚ, ਪੰਜਾਬੀ ਡਿਪਲੋਮਿਆਂ ਦੇ ਵਿੱਚ ਪਤਾ ਨਹੀਂ ਜਾਣਾ ਪਸੰਦ ਕਰਨ ਜਾਂ ਨਾ ਕਰਨ, ਕਿਉਂਕਿ ਉਹਨਾਂ ਨੂੰ ਆਈ ਥਿੰਕ ਇਹਦੇ ਵਿੱਚ ਇੰਟਰਸਟ ਉਹਨਾਂ ਨਹੀਂ ਹੋ ਪਾਉਂਦਾ। ਤੁਸੀਂ ਇਸ ਗੱਲ ਦਾ ਕੋਈ ਰਿਵਿਊ ਕੀਤਾ ਸੀ ਵੀ ਬਹੁਤ ਸਾਰੀ ਡਿਮਾਂਡ ਆ ਰਹੀ, ਮਾਪਿਆਂ ਦੀ ਡਿਮਾਂਡ ਤਾਂ ਲਾਜ਼ਮੀ ਆਉਂਦੀ ਹੋਣੀ ਹੈ, ਪਰ ਕੀ ਬੱਚਿਆਂ ਦੀ ਉਨੀ ਡਿਮਾਂਡ ਆਉਂਦੀ ਹੈ ਕਿ ਇਦਾਂ ਦੇ ਕੋਰਸ ਸ਼ੁਰੂ ਹੋਣੇ ਚਾਹੀਦੇ ਨੇ? ਹਾਂਜੀ ਬਿਲਕੁਲ, ਅਸੀਂ ਸਰਵੇ ਰਨ ਕੀਤਾ ਸੀਗਾ ਮਾਰਕੀਟਿੰਗ ਟਾਈਮ ਦੇ ਉੱਤੇ। ਮੈਂ ਸਿਰਫ ਪਹਿਲੇ 4 ਘੰਟੇ ਦੇ ਅੰਦਰ 30 ਸਟੂਡੈਂਟਸ ਨੇ ਰਿਸਪੌਂਡ ਕੀਤਾ ਜੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੇ ਅਸੀਂ ਲੌਂਗ ਟਰਮ ਕਰਦੇ ਤਾਂ ਕੀ ਹੈਗਾ, ਕਿਉਂਕਿ ਇਹਦੀ ਡਿਮਾਂਡ ਬਹੁਤ ਹੈ, ਕਿਉਂਕਿ ਅਸੀਂ ਯੂਨੀਵਰਸਿਟੀਆਂ ਦੇ ਨਾਲ ਵਰਕ ਕਰ ਰਹੇ ਹਾਂ। ਯੂਨੀਵਰਸਿਟੀਆਂ ਵੀ ਦੇਖਦੀਆਂ ਵੀ ਇਹਦੀ ਡਿਮਾਂਡ ਘਟਦੀ ਵੀ ਹੈ, ਵੱਧਦੀ ਵੀ ਹੈ। ਘਟਦੀ ਉਹਨਾਂ ਕੋਲ ਇਸ ਕਰਕੇ ਹੈ ਕਿ ਹੋ ਸਕਦਾ, ਮੈਂ ਇਹ ਨਹੀਂ ਕਹਿੰਦਾ ਵੀ ਟੀਚਰ ਕਾਬਲ ਨਹੀਂ ਹੈਗੇ, ਕਿਉਂਕਿ ਜੇ ਬੱਚੇ ਜਿਹੜੇ ਜਾਂਦੇ ਨੇ, ਜੇ ਉਹਨਾਂ ਨੂੰ ਅਸੀਂ ਉਹਨਾਂ ਦੀ ਭਾਸ਼ਾ ਦੇ ਵਿੱਚ ਪ੍ਰੋਪਰ ਐਜੂਕੇਸ਼ਨ ਨਹੀਂ ਦੇ ਪਾਉਂਦੇ, ਤਾਂ ਫਿਰ ਬੱਚਾ ਹਟ ਜਾਏਗਾ, ਕੋਰਸ ਨਹੀਂ ਲਵੇਗਾ। ਲੈਂਦੇ ਨੇ, ਹੁਣ ਵੀ UBC 'ਚ ਲੈਂਦੇ ਨੇ, ਸਾਈਮਨ ਫਰੇਜ਼ਰ ਯੂਨੀਵਰਸਿਟੀ ਲੈਂਦੇ ਨੇ ਪੰਜਾਬੀ ਦੇ ਕੋਰਸਿਸ, KPU 'ਚ ਲੈਂਦੇ ਨੇ, ਆਪਣੇ ਫਰੇਜ਼ਰ ਵੈਲੀ 'ਚ ਲੈਂਦੇ ਨੇ, ਪਰ ਉਹ ਸਿਰਫ ਕ੍ਰੈਡਿਟ ਵਾਸਤੇ, 3 ਵਾਸਤੇ ਟਰਾਈ ਕਰਦੇ ਨੇ ਬੱਚੇ ਵੀ ਚਲੋ ਹੋਰ ਸਬਜੈਕਟ ਆਪਸ਼ਨ ਇੱਕ ਹੈਗਾ ਲੈਣ ਦਾ ਕਿ ਉਹਨਾਂ ਪੰਜਾਬੀ ਲੈ ਲਈ ਜਾਵੇ। ਪਰ ਜਿਹੜਾ ਸਾਡਾ ਪੰਜਾਬੀ ਦਾ ਮਿਆਰ ਆ, ਇਹ ਬਹੁਤ ਗ੍ਰਾਮਰ ਲੈਵਲ 'ਤੇ, ਪ੍ਰੋਨਾਂਸੀਏਸ਼ਨ ਲੈਵਲ ਦੇ ਉੱਤੇ, ਹਰ ਇੱਕ ਚੀਜ਼ ਨੂੰ ਜਿਹੜੇ ਨਾਨ ਪ੍ਰੋਨਾਂਸ ਵਗੈਰਾ ਦਾ ਤੁਹਾਨੂੰ ਖਿਆਲ ਰੱਖਣਾ ਪਏਗਾ। ਸਾਡੇ ਪ੍ਰੋਫੈਸਰਾਂ ਨੇ ਉਸ ਲੈਵਲ 'ਤੇ ਤਿਆਰ ਕੀਤੇ ਨੇ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾ ਸਕਦੇ। ਤੁਹਾਡੀ ਫਲੂਐਂਸੀ ਬਹੁਤ ਹੋਏਗੀ ਇਹ ਲੈਣ ਦੇ, ਤੁਸੀਂ ਇੰਜੋਏ ਕਰੋਗੇ। ਅਸੀਂ ਇਹ ਰਨ ਕੀਤਾ ਹੈ ਸ਼ੋਰਟ ਇੱਕ ਗਰੁੱਪਸ ਦੇ ਥਰੂ ਸਟੂਡੈਂਟਸ ਦੇ, ਵੀ ਤੁਸੀਂ, ਉਹ ਕਹਿੰਦੇ ਵੀ ਅਸੀਂ ਪੰਜਾਬੀ ਦਾ ਲੈ ਚੁੱਕੇ ਹਾਂ UBC ਤੋਂ, ਪਰ ਜਦ ਤੁਹਾਡੇ ਕੋਰਸ ਨੂੰ ਪੜ੍ਹਦੇ ਹਾਂ, ਅਸੀਂ ਤੁਹਾਡਾ ਕੋਰਸ ਦੁਬਾਰਾ ਲੈਣਾ ਚਾਹਾਂਗੇ। ਈਵਨ ਸਾਡੇ ਟੀਚਰਸ ਨੇ ਕਹਿ ਸਕਦੇ ਨੇ, ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਟੀਚਰਸ ਪੜ੍ਹਾਉਂਦੇ ਨੇ ਪੰਜਾਬੀ, ਉਹ ਕਹਿ ਰਹੀਆਂ ਨੇ ਕਿ ਅਸੀਂ ਤੁਹਾਡੇ ਕੋਰਸਿਸ ਲੈਣਾ ਚਾਹੁੰਦੇ ਹਾਂ। ਹਾਂਜੀ, ਤੁਸੀਂ ਇਹ ਅੰਦਾਜ਼ਾ ਲਾਓ ਵੀ ਇਹਦਾ ਕਿੰਨੀ ਅਟਰੈਕਸ਼ਨ ਹੋਵੇਗੀ। ਜਿਹੜੇ ਟੀਚਰ ਅੱਜ ਕੱਲ੍ਹ ਟੀਚ ਕਰ ਰਹੇ ਨੇ, ਉਹ ਸੋਚਦੇ ਨੇ ਵੀ ਸਾਡੇ ਜਿਹੜੇ ਕੋਰਸਿਸ ਨੇ ਉਹ ਉਹਨਾਂ ਦੀ ਡਿਮਾਂਡ ਮੀਟ ਕਰਦੇ, ਉਹਨਾਂ ਨੂੰ ਸਹਾਈ ਹੋਣਗੇ ਗਾਂ ਪੰਜਾਬੀ ਪੜ੍ਹਾਉਣ ਵਾਸਤੇ ਵੀ। ਸੋ ਇਹ ਆਨਲਾਈਨ ਹੀ ਪ੍ਰੋਗਰਾਮ ਅਵੇਲੇਬਲ ਹੋਣਗੇ ਜਾਂ ਕਿਵੇਂ ਇਹਨਾਂ ਦਾ ਖਾਕਾ ਤਿਆਰ ਕੀਤਾ ਗਿਆ? ਅੱਜ ਤਾਂ ਪਹਿਲਾਂ ਤਾਂ ਤਿਆਰੀ ਜੀ ਆਨਲਾਈਨ ਦੀ ਹੈਗੀ ਆ, ਕਿਉਂਕਿ ਅਸੀਂ ਇੱਕ ਮਾਡਲ ਯੂਜ਼ ਕੀਤਾ ਸੀਗਾ ਜਦ ਰਿਸਰਚ ਕਰ ਰਹੇ ਸੀ ਵੀ ਕਿਸ ਪੱਖ ਤੋਂ ਆਪਾਂ ਕਰ ਸਕੀਏ। ਪਹਿਲੀ ਗੱਲ ਤਾਂ ਸਾਨੂੰ ਕੋਵਿਡ ਨੇ ਆਲਰੇਡੀ ਮਜਬੂਰ ਕਰ ਦਿੱਤਾ ਪਿਛਲੇ 2-2.5 ਸਾਲ ਤੋਂ ਆਨਲਾਈਨ ਜਾਣ ਦਾ ਸਾਰਿਆਂ ਨੂੰ ਹੀ। ਅਤੇ ਦੂਸਰਾ ਅਸੀਂ ਇੱਕ ਮਾਡਲ ਸੀ ਵੈਸਟਰਨ ਗਵਰਨਰਸ ਯੂਨੀਵਰਸਿਟੀ ਹੈ ਅਮਰੀਕਾ ਦੇ ਵਿੱਚ, ਜਿਹੜੀ 17 ਵੈਸਟ ਦੇ ਸੂਬਿਆਂ ਦੇ ਗਵਰਨਰਸ ਨੇ ਰਲ ਕੇ ਅੱਜ ਤੋਂ 20 ਸਾਲ ਪਹਿਲਾਂ ਬਣਾਈ ਸੀ। ਉਹ ਆਨਲਾਈਨ ਯੂਨੀਵਰਸਿਟੀ ਹੈ, ਔਰ ਅੱਜ ਉਹ ਕੰਪੀਟ ਕਰ ਰਹੀ ਹੈਗੀ ਹੈ ਸਟੈਨਫੋਰਡ ਦੇ ਨਾਲ, MIT ਦੇ ਨਾਲ ਅਤੇ ਹਾਰਵਰਡ ਦੇ ਨਾਲ। ਉਹਨਾਂ ਦੇ ਕੋਰਸਿਸ ਉਸ ਮਿਆਰ ਦੇ ਨੇ ਜਿਹੜੇ ਲੋਕੀ ਆਨਲਾਈਨ ਲੈਂਦੇ ਨੇ। ਉਹਦੇ ਵਿੱਚ ਇਹ ਹੋਏਗਾ ਕਿ ਮੈਚਿਓਰਡ ਸਟੂਡੈਂਟ ਨੂੰ ਬਹੁਤ ਆਪਰਚੁਨਿਟੀ ਮਿਲਦੀ ਆ। ਇੱਕ ਹੋਰ ਫਲੈਕਸੀਬਿਲਿਟੀ ਜਿਹੜੀ ਸਾਡੇ ਕੋਲੋਂ ਮਿਲੂਗੀ, ਉਹ ਮਿਲੇਗੀ ਦੀ ਟਾਈਮ ਦੀ। ਅਸੀਂ ਵੀਕਐਂਡ 'ਤੇ ਵੀ ਸਾਡੇ ਪ੍ਰੋਫੈਸਰ ਟੀਚ ਕਰਨਾ ਚਾਹਣਗੇ। ਜੇ ਕੋਈ ਸਾਡੇ ਕੋਲ ਕਲਾਸ ਪੂਰੀ ਹੁੰਦੀ ਆ, 20 ਦੀ ਅਸੀਂ ਰੱਖੀ ਹੋਈ ਆ, ਮੈਕਸੀਮਮ 25 ਹੈ, ਅਤੇ ਜੇ ਮੈਕਸੀਮਮ 25 ਤੋਂ ਸਟੂਡੈਂਟਸ ਨਹੀਂ ਅਸੀਂ, ਈਵਨ ਆਨਲਾਈਨ ਤੁਸੀਂ ਵੱਧ ਵੀ ਲੈ ਸਕਦੇ ਹੋ, ਪਰ ਨਹੀਂ ਅਸੀਂ ਰੱਖਿਆ ਵੀ 25 ਸਟੂਡੈਂਟ ਸਾਡੀ ਲਿਮਿਟ ਹੋਣੀ ਚਾਹੀਦੀ, ਤਾਂ ਜੋ ਜਿਹੜਾ ਪ੍ਰੋਫੈਸਰ ਹੈ ਉਹ ਪੂਰਾ ਇਕੱਲੇ ਸਟੂਡੈਂਟ ਲਈ ਧਿਆਨ ਦੇ ਸਕੇ। ਠੀਕ ਹੈ ਜੀ। ਉਹ ਹੁਣ ਜੇ ਵੀਕਐਂਡ ਦਾ ਸਾਨੂੰ ਡਿਮਾਂਡ ਆਉਂਦੀ, ਮੈਂ ਆਲਰੇਡੀ ਦੇਖ ਰਿਹਾ ਕੁਛ ਆ ਰਹੇ ਵਾਪਸ ਰਿਕੁਐਸਟ, ਅਸੀਂ ਵੀਕਐਂਡ ਵਾਲਾ ਕੋਰਸ ਲੈਣਾ ਚਾਹੁੰਦੇ ਹਾਂ, ਅਸੀਂ ਵੀਕਐਂਡ 'ਤੇ ਦਿਆਂਗੇ। ਜੇ ਕੋਈ ਵੀਕ ਦੇ ਵਿਚਾਲਾ ਕਰਨਾ ਚਾਹੁੰਦਾ, ਅਸੀਂ ਹੋਰ ਐਡਜਸਟ ਕਰ ਦਾਂਗੇ, ਕਿਉਂਕਿ ਸਾਡੇ ਪ੍ਰੋਫੈਸਰ ਵੀ ਫਲੈਕਸੀਬਲ ਨੇ। ਸੋ ਇਸ ਕਰਕੇ ਉਹ ਫਲੈਕਸੀਬਿਲਿਟੀ ਅਸੀਂ ਬਹੁਤ ਪ੍ਰੋਵਾਈਡ ਕਰਾਂਗੇ, ਜਿਹੜੀ ਆਮ ਤੁਹਾਨੂੰ ਹੋਰ ਖਿੱਤੇ ਦੇ ਵਿੱਚੋਂ ਨਹੀਂ ਮਿਲੇਗੀ, ਹੋਰ ਅਦਾਰਿਆਂ 'ਚ ਘੱਟ ਮਿਲੇਗੀ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।